खेती कादी करते हैं वीर जी, सानू हर टाइम इसे घग्गर ही साडे सिर ते एक काल है जिस दा डर सानू हर साल सताउंदा है। हुण भावें इह सुक्का है, बरसातां नहीं, पर जिद्दण पहली बरसात शुरू हो गई उदण ही इहने भर जाना ते उदण ही किते ना किते इहदा टुटण दा हल रहिंदा। पानी आने नाल साडी सारी फसलां मर जांदियां जी ते घट्टो घट्ट 10 पिंडां दा नुकसान हो जांदा है। ਹੁਣ ਕਪੂੰਦਰ ਭੈਣੀ, ਸੁਰਜਰ ਭੈਣੀ, ਸਲੇਮਗਾੜ, ਕੜੈਲ, ਬੰਗਾ, ਬਸਹਿਰਾ ਸਾਰੇ ਪਿੰਡਾਂ ਦਾ ਨੁਕਸਾਨ ਹੋ ਜਾਂਦਾ। ਸਰਕਾਰਾਂ ਕੋਲ ਜਾ ਕੇ ਵੇਖ ਲਿਆ, ਜਦੋਂ ਕਿਸਾਨਾਂ ਨੂੰ ਪਤਾ ਲੱਗਾ ਵੀ ਸਾਡੇ ਪੱਲੇ ਕੁਛ ਨਹੀਂ ਪਾਇਆ ਤਾਂ ਕਿਸਾਨਾਂ ਨੇ ਇਲਾਕੇ ਦੇ ਨੇ ਆਪਣੇ ਕੋਲੋਂ ਪੈਸੇ ਇਕੱਠੇ ਕਰਕੇ ਹਾਈ ਕੋਰਟ 'ਚ ਕੇਸ ਪਾਇਆ। ਉਹ ਹਾਈ ਕੋਰਟ 'ਚ 95 'ਚ ਕੇਸ ਜਿੱਤ ਗਏ ਸੀ। ਹੁਣ ਸਾਨੂੰ ਆ ਜੁਲਾਈ 'ਚ ਉਮੀਦ ਹੈ ਵੀ ਅਦਾਲਤ ਖੁੱਲ੍ਹੇਗੀ, ਉਹ ਅਦਾਲਤ ਖੁੱਲ੍ਹੇਗੀ ਤੇ ਉਹੀ ਫੈਸਲਾ ਦੇਵੇਗੀ ਤੇ ਦੂਜਾ ਫੇਜ਼ ਬਣੇਗਾ ਤਾਂ ਸਾਡਾ ਇਲਾਕਾ ਬਚ ਸਕਦਾ। ਘੱਗਰ ਦਾ ਡਰ ਤਾਂ ਸਾਨੂੰ ਬਹੁਤ ਸਤਾਉਂਦਾ ਜੀ, ਖਾਸ ਕਰਕੇ ਇਹਨਾਂ ਬਰਸਾਤਾਂ ਦੇ ਦਿਨਾਂ ਦੇ ਵਿੱਚ ਜੀ, ਕਿਉਂਕਿ ਜਦੋਂ ਹਿਮਾਚਲ 'ਚ ਬਾਰਿਸ਼ ਹੋਣੀ ਹੈ ਤੇ ਉਹ ਸਾਰਾ ਪਾਣੀ ਦਾ ਰਸਤਾ ਇੱਥੋਂ ਹੀ ਹੈ ਟੱਪਣ ਦਾ, ਘੱਗਰ ਦੇ ਵਿੱਚੋਂ ਦੀ, ਤੇ ਉਹ ਸਾਰਾ ਪਹਾੜਾਂ ਦਾ ਪਾਣੀ ਇੱਥੋਂ ਟੱਪਣਾ ਹੈ। ਉਸ ਕਰਕੇ वही पंचायत समझ नरेगा स्कीम दे रही है, हम थैले भर के ला रही हैं, या घग्गर का बना टूटने का खतरा जहाँ थे ला रही हैं हम। हाँ, किन्ने के बन्ने जेड़े तुसीं लगाए? माने बन भाई पहला बन्ने आ छेड़े आगे लाग लग रही हैं, 3 फाल्टी और 4 फाल्टी और आगे होर लावांगे। कोई समस्या तो आंदी है? समस्या तो यह है बेटे भी माने मिट्टी नहीं देंगे, हम बिच ते पाड़ के लंग लग रहे हैं, हमारी मिट्टी बहुत बदीन है गरीबों की, यह समस्या माने। मिट्टी फिर कित्थों लेने? मिट्टी बिच ते पहाड़ा भाई माने खतरा भी है उरे भी, कोई बिच डिग जाए बुढ़ी, देख गर्मी है भी, कोई दौरा भी पड़ जाए किसी का हो भी सके कुछ। समस्या या बेटे जे माने मिट्टी दे ही जाए, हम मिट्टी बढ़िया बंद ला दें, हमारी जान भी सखाड़ी हो। सरकार ने, पंचायत ने कोई मिट्टी नहीं दी? कोई मिट्टी नहीं दी माने, सरकार ने दी नहीं, पंचायत ने दी नहीं, कोई मेंबर नहीं, कोई सेक्रेटरी कोई भाई मिट्टी बिच ते पाड़ के लाओ यार, गट्टे लाओ। हाँ, ਇਸ ਦੀ ਸਭ ਤੋਂ ਵੱਡੀ ਤਾਂ ਸਮੱਸਿਆ ਹੈ ਕਿਸਾਨ ਦਾ ਗੁਜ਼ਾਰਾ ਖੇਤੀ 'ਤੇ ਹੁੰਦਾ ਹੈ ਤੇ ਖੇਤੀ ਮਰ ਜਾਂਦੀ ਹੈ। ਸਰਕਾਰਾਂ ਕੋਲ ਜਾ ਕੇ ਵੇਖ ਲਿਆ, ਜਦੋਂ ਕਿਸਾਨਾਂ ਨੂੰ ਪਤਾ ਲੱਗਾ ਵੀ ਸਾਡੇ ਪੱਲੇ ਕੁਛ ਨਹੀਂ ਪਾਇਆ ਤਾਂ ਕਿਸਾਨਾਂ ਨੇ ਇਲਾਕੇ ਦੇ ਨੇ ਆਪਣੇ ਕੋਲੋਂ ਪੈਸੇ ਇਕੱਠੇ ਕਰਕੇ ਹਾਈ ਕੋਰਟ 'ਚ ਕੇਸ ਪਾਇਆ। ਉਹ ਹਾਈ ਕੋਰਟ 'ਚ 95 'ਚ ਕੇਸ ਜਿੱਤ ਗਏ ਸੀ। ਉਹ ਕੀ ਹੋਇਆ ਵੀ ਪਹਿਲਾ ਫੇਜ਼ ਤਾਂ ਉਹ ਬਣਾ ਗਏ, ਮੂਨਕ ਟੂ ਆਪਣਾ ਖਨੌਰੀ ਟੂ ਮਕੌੜ ਸਾਹਿਬ। ਅਗਲੇ ਫੇਜ਼ 'ਤੇ ਆ ਕੇ ਰੌਲਾ ਪੈ ਗਿਆ, ਉਧਰੋਂ ਇਲੈਕਸ਼ਨ ਸੀ, ਇਲੈਕਸ਼ਨ 'ਚ ਆ ਕੇ ਉਹ ਫਿਰ ਰੋਕ ਦਿੱਤਾ ਗਿਆ। ਉਹ ਜਦੋਂ ਰੁਕ ਗਿਆ ਦੁਬਾਰੇ ਫੇਰ ਕੇਸ ਕੀਤਾ ਵੀ ਦੂਜਾ ਫੇਜ਼ ਬਣਾਓ, ਪਰੰਤੂ ਜੱਜ ਸਾਹਿਬ ਜੋ ਹਾਈ ਕੋਰਟ ਦੇ ਨੇ ਉਹ ਮੰਤਰੀਆਂ ਦੇ ਦਬਾਅ ਥੱਲੇ ਆ ਕੇ ਉਹਨਾਂ ਫੈਸਲਾ ਨਹੀਂ ਦਿੱਤਾ ਤੇ ਉਹਨਾਂ ਫੈਸਲਾ ਤੋੜ ਦਿੱਤਾ ਵੀ ਦਿੱਲੀ ਦਾ ਸੁਪਰੀਮ ਕੋਰਟ ਦਾ ਜੱਜ ਦਾ ਫੈਸਲਾ ਦੇ ਦੇ। ਸੰਨ 2013 ਤੋਂ ਇਹ ਕੇਸ ਉੱਥੇ ਚੱਲ ਰਿਹਾ ਹੈ। ਜਦੋਂ ਦਿੱਲੀ 'ਚ ਇਹ ਕੇਸ ਚੱਲਿਆ ਸਾਰੀ ਬਹਿਸ ਦੁਬਾਰੇ ਤੋਂ ਹੋ ਚੁੱਕੀ ਹੈ, ਯਾਨੀ ਵੀ ਹੁਣ ਉਹਨਾਂ ਨੇ ਹਿਮਾਚਲ ਤੋਂ ਲੈ ਕੇ ਰਾਜਸਥਾਨ ਜਿੱਥੇ ਤੱਕ ਜਾਂਦਾ ਹੈ ਇਹਦੀ ਸਾਰੀ ਜਾਣਕਾਰੀ ਉਹਨਾਂ ਹਾਸਲ ਕਰ ਲਈ ਹੈ। ਹੁਣ ਸਿਰਫ ਇਹ ਸੀ ਵੀ ਇਸ ਦਾ ਫੈਸਲਾ ਸੁਣਾਉਣਾ ਸੀ। ਪਿਛਲੇ ਸਾਲ ਅਪ੍ਰੈਲ ਦੇ ਵਿੱਚ ਇਹਦਾ ਫੈਸਲਾ ਹੋਣਾ ਸੀ, ਮਾਰਚ ਦੇ ਵਿੱਚ ਲੋਕਡਾਊਨ ਲੱਗ ਗਿਆ। ਉਹ ਲੋਕਡਾਊਨ ਅੱਜ ਤੱਕ ਵੀ ਚੱਲਿਆ ਆਉਂਦਾ ਤੇ ਉਹਦੇ ਕਰਕੇ ਦਿੱਲੀ ਸਾਡੀ ਕੋਈ ਪੇਸ਼ੀ ਨਹੀਂ ਪਈ। ਹੁਣ ਸਾਨੂੰ ਆ ਜੁਲਾਈ 'ਚ ਉਮੀਦ ਹੈ
ਵੀ ਅਦਾਲਤ ਖੁੱਲ੍ਹੇਗੀ, ਉਹ ਅਦਾਲਤ ਖੁੱਲ੍ਹੇਗੀ ਤੇ ਉਹੀ ਫੈਸਲਾ ਦੇਵੇਗੀ ਤੇ ਦੂਜਾ ਫੇਜ਼ ਬਣੇਗਾ ਤਾਂ ਸਾਡਾ ਇਲਾਕਾ ਬਚ ਜਿਹੜਾ ਦੂਜਾ ਫੇਜ਼ ਦੀ ਗੱਲ ਕਰਦੇ ਹੋ, ਕਿੰਨਾ ਕੁ ਏਰੀਆ ਹੈਗਾ ਜਿਹੜਾ ਪੈਂਡਿੰਗ ਪਿਆ ਹੈ ਤੇ ਜਿਨ੍ਹਾਂ ਨਾਲ ਕਰਕੇ ਨੁਕਸਾਨ ਹੁੰਦਾ? ਇਹ ਸਿਰਫ 18 ਕਿਲੋਮੀਟਰ ਰਹਿ ਗਿਆ। ਮਕੋਲ ਟੂ ਰੇਲਵੇ ਲਾਈਨ ਜਾਖਲ ਆਪਣਾ ਪੰਜਾਬ ਏਰੀਆ। ਸਰਕਾਰਾਂ ਨੇ ਕੋਈ ਗੱਲਬਾਤ ਕੀਤੀ? ਵੇਖੋ ਜੀ, ਸਰਕਾਰਾਂ ਦਾ ਕੋਈ ਫਾਇਦਾ ਨਹੀਂ, ਵਾਅਦੇ ਤਾਂ ਕਰਨਗੇ, ਜਿਹੜਾ ਹੀ ਆਵੇਗਾ ਮਿੱਠੀ ਗੋਲੀ ਤੇ ਦੇਖ ਹੀ ਜਾਂਦਾ, ਪਰੰਤੂ ਅਸਲੀਅਤ ਇਹ ਵੀ ਘੱਗਰ ਬਣਾ ਕੇ ਰਾਜੀ ਨਹੀਂ। ਇਹ ਤਾਂ ਸੁਪਰੀਮ ਕੋਰਟ ਦੀ ਸਾਨੂੰ ਵਿਸ਼ਵਾਸ ਦੇ ਉਹ ਨਹੀਂ ਕਰਦਾ। ਇਹ ਉਹਨਾਂ ਦੀ ਸੋਨੇ ਦੇ ਆਂਡੇ ਦੇਣ ਵਾਲੀ ਮੁਰਗੀ ਹੈ। ਆਏ ਸਾਲ ਆਉਂਦਾ ਹੈ ਤੇ ਮੰਤਰੀ ਬਣ ਜਾਂਦੇ ਹਨ ਤੇ ਮੇਰੇ ਕਿਸਾਨ ਵੀਰ ਉੱਜੜ ਜਾਂਦੇ ਹਨ। ਕੀ ਨਾਮ ਹੈ ਤੁਹਾਡਾ? ਭੁਪਿੰਦਰ ਸਿੰਘ ਜੀ। ਭੁਪਿੰਦਰ ਜੀ, ਜਿਹੜਾ ਘੱਗਰ ਹੈ ਹਾਂਜੀ। ਹਰ ਸਾਲ ਤਬਾਹੀ ਲੈ ਕੇ ਆਉਂਦਾ ਹੈ। ਜਦੋਂ ਪੰਜਾਬ 'ਚ ਬਰਸਾਤ ਨਹੀਂ ਹੁੰਦੀ ਤਾਂ ਹਿਮਾਚਲ 'ਚ ਬਰਸਾਤ ਹੁੰਦੀ ਹੈ, ਹਾਂਜੀ। ਤਾਂ ਉਹ ਕਿਸਾਨ ਲਈ ਕਿਉਂ? ਬਹੁਤ ਜ਼ਿਆਦਾ ਬਣਦੀ ਜੀ। ਪਾਣੀ ਆਉਣ ਨਾਲ ਸਾਡੀ ਸਾਰੀਆਂ ਫਸਲਾਂ ਮਰ ਜਾਂਦੀਆਂ ਜੀ, ਤੇ ਘੱਟੋ ਘੱਟ 10 ਪਿੰਡਾਂ ਦਾ ਨੁਕਸਾਨ ਹੋ ਜਾਂਦਾ ਹੈ। ਹੁਣ ਭੁੰਦਰ ਭੈਣੀ, ਸੁਰਜਰ ਭੈਣੀ, ਸਲੇਮਗਾੜ, ਕੜੈਲ, ਬਗਾ, ਬਸਹਿਰਾ, ਸਾਰੇ ਪਿੰਡਾਂ ਦਾ ਨੁਕਸਾਨ ਹੋ ਜਾਂਦਾ ਜੀ ਸਾਡਾ। ਅੱਛਾ, ਸਰਕਾਰ ਨੇ ਬਹੁਤ ਕੀਤੀ ਹੋਈ। ਸਰਕਾਰ ਸਾਡਾ ਕੁਛ ਨਹੀਂ ਕਰਦੀ ਜੀ। ਇਹ ਆਪ ਪੈਸੇ ਇਕੱਠੇ ਕਰਕੇ ਜੀ ਕਿੱਲਿਆਂ ਤੇ ਪਾ ਕੇ ਜੀ 200 ਰੁਪਏ ਕਿੱਲੇ ਹਿਸਾਬ ਨਾਲ ਘੱਟੋ ਘੱਟ 8 ਲੱਖ ਰੁਪਈਆ ਲਾਤਾ ਜੀ। ਇਹ ਸਾਲ ਲਾ ਦਿੰਦੇ ਹਾਂ। ਸਾਡਾ ਕੀ 8 ਲੱਖ ਰੁਪਈਆ ਲੱਗ ਜੇ। ਮਿੱਟੀ ਪਾਈ ਜਿੱਥੇ ਮਾੜਾ ਸੀ ਉੱਥੇ ਅਸੀਂ ਮਿੱਟੀ ਲਾਤੀ ਹੈ, ਟਰਾਲੀਆਂ ਨਾਲ ਪਿੰਡੋਂ ਲਿਆ ਕੇ। ਆਪਦੀ ਤਰਫੋਂ ਤੁਸੀਂ ਮਤਲਬ ਕਿ ਪੂਰਾ ਕੰਮ ਹਾਂਜੀ, ਆਪਣੀ ਤਰਫੋਂ ਤਾਂ ਅਸੀਂ ਪੂਰਾ ਕਰ ਰਹੇ ਹਾਂ ਜੀ। ਸਰਕਾਰਾਂ ਸਾਡੀ ਕੁਛ ਨਹੀਂ ਕਰਦੀਆਂ, ਨਾ ਸਰਕਾਰਾਂ ਪੁੱਛਦੀਆਂ ਸਾਨੂੰ ਜੀ। ਪਰ ਜਦੋਂ ਘੱਗਰ ਆ ਜਾਂਦਾ, ਮਾਰ ਹੋ ਜਾਂਦੀ ਹੈ, ਉਦੋਂ ਆ ਕੇ ਸਾਰੇ ਆ ਕੇ ਖੜ ਜਾਂਦੇ ਨੇ, ਆਣ ਕੇ ਫੋਟੋਆਂ ਖਿਚਾਉਣ ਦੇ ਮਾਰੇ ਜੀ। ਕੋਈ ਨਹੀਂ ਸਾਡੀ ਪੈਰਵਾਈ ਕਰਦਾ। ਉਹ ਸਾਰਾ ਅੱਧੇ ਆਪ ਖਾ ਜਾਂਦੇ, ਅੱਧੇ ਸਾਨੂੰ ਦੇ ਦਿੰਦੇ। ਸਾਰੇ ਉੱਪਰ ਤੱਕ ਪੈ ਜਾਂਦਾ ਜੀ ਇਹਨਾਂ ਦਾ। ਇਹ ਕਮਾਊ ਪੁੱਤ ਜੀ ਇਹਨਾਂ ਦਾ, ਸਰਕਾਰ ਦਾ ਕਮਾਊ ਪੁੱਤ ਹੈ ਜੀ, ਤਾਂ ਹੀ ਤੇ ਗੌਰ ਨਹੀਂ ਕਰਦੇ ਜੀ ਇਹਨਾਂ ਦੀ। ਵੱਡੀ ਗੱਲ ਇੱਥੇ ਜਿਹੜੀ ਜਦੋਂ ਘੱਗਰ ਟੁੱਟਦਾ ਹਾਂਜੀ, ਨੁਕਸਾਨ ਹੋਣਾ ਸ਼ੁਰੂ ਹੁੰਦਾ ਤਾਂ ਸਮਾਨ ਪਹੁੰਚਾਉਣ ਵਾਸਤੇ ਵੀ ਕੋਈ ਰਸਤਾ ਨਹੀਂ ਹੁੰਦਾ। ਕੋਈ ਨਹੀਂ ਜੀ। 4 ਸਾਲਾਂ ਦੇ ਵਿੱਚ 2 ਸਾਲ ਲੰਘੇ ਘੱਗਰ ਟੁੱਟਣ ਤੋਂ ਬਾਅਦ, ਹਾਂਜੀ। ਉਸ ਤੋਂ ਬਾਅਦ ਕੋਈ ਪ੍ਰਸ਼ਾਸਨ ਨੇ ਕੋਈ ਐਸਾ ਰਸਤਾ ਬਣਾਇਆ ਵੀ ਜੇ ਬਾਈ ਚਾਂਸ ਕੁਛ ਐਸੀ ਘਟਨਾ ਵਾਪਰਦੀ ਹੈ ਤਾਂ ਉੱਥੇ ਸਮਾਨ ਕਿਸ ਤਰ੍ਹਾਂ ਪਹੁੰਚੇ? ਕੁਛ ਨਹੀਂ ਬਣਾਇਆ ਜੀ, ਨਾ ਜੀ ਪੁੱਛਦੇ, ਨਾ ਕੋਈ ਆਉਂਦੇ ਇੱਥੇ। ਜਦੋਂ ਪਾਣੀ ਆਉਂਦਾ ਉਦੋਂ 4 ਕੁ ਦਿਨ ਭਜਦੇ ਨੇ, ਤਹਿਸੀਲਦਾਰ ਵੀ ਹੁੰਦਾ, ਸਾਰਾ ਐਸਡੀਐਮ ਵੀ ਹੁੰਦੇ ਨੇ, ਉਦੋਂ ਸਾਰੇ ਮੰਤਰੀ ਵੀ ਹੁੰਦੇ ਨੇ। ਉਦੋਂ ਬਾਅਦ ਕੋਈ ਨਹੀਂ ਪਤਾ ਲੈਂਦਾ ਜੀ ਸੁੱਕੇ ਜੀ ਇਹਦਾ ਪਹਿਲਾਂ ਇੰਤਜ਼ਾਮ ਕਰੀਏ ਇਹਦਾ। ਕੁਛ ਨਹੀਂ ਇਹਦੀ ਪੈਰਵਾਈ ਕਰਦੇ, ਨਾ ਇਹਦੀ ਗੌਰ ਕਰਦੇ ਜੀ ਇਹਦੀ। ਮੇਰਾ ਨਾਮ ਗੁਰਮੇਲ ਸਿੰਘ, ਪਿੰਡ ਮੂਣਕ ਜੀ। ਜਿਵੇਂ ਜੀ ਜਾਣਨਾ ਚਾਹੁੰਦੇ ਹਾਂ, ਪਹਿਲਾਂ ਤੁਸੀਂ ਕਿੰਨੀ ਖੇਤੀ ਕਰਦੇ ਹੋ ਤੇ ਤੁਹਾਡੀ ਜ਼ਮੀਨ ਘੱਗਰ ਤੋਂ ਕਿੰਨੀ ਪਿੱਛੇ ਹੈ? ਅਸੀਂ ਵੀਰ ਜੀ, ਕੋਈ ਮੇਰੇ ਕਿਸਾਨ ਵੀਰ ਬੈਠੇ ਨੇ, ਕੋਈ 10 ਕਿੱਲਿਆਂ ਦੀ ਖੇਤੀ ਕਰਦਾ, ਕੋਈ 20 ਦੀ ਕਰਦਾ, ਕੋਈ 30 ਦੀ ਕਰਦਾ। ਵੱਧ ਤੋਂ ਵੱਧ 25-30 ਏਕੜ ਵਾਲੇ ਕਿਸਾਨ ਨੇ ਵੱਡੇ ਤੋਂ ਵੱਡੇ ਇੱਥੇ। ਠੀਕ ਹੈ ਜੀ। ਤੇ ਖੇਤੀ ਕਾਹਦੀ ਕਰਦੇ ਆ ਵੀਰ ਜੀ? ਸਾਨੂੰ ਹਰ ਟਾਈਮ ਇਸੇ ਘੱਗਰ ਹੀ ਸਾਡੇ ਸਿਰ ਤੇ ਇੱਕ ਕਾਲ ਹੈ, ਜਿਸ ਦਾ ਡਰ ਸਾਨੂੰ ਹਰ ਸਾਲ ਸਤਾਉਂਦਾ ਹੈ। ਹੁਣ ਭਾਵੇਂ ਇਹ ਸੁੱਕਾ ਬਰਸਾਤਾਂ ਨਹੀਂ, ਪਰ ਜਿੱਦਣ ਪਹਿਲੀ ਬਰਸਾਤ ਸ਼ੁਰੂ ਹੋ ਗਈ ਉਦਣ ਹੀ ਇਹਨੇ ਭਰ ਜਾਣਾ ਤੇ ਉਦਣ ਹੀ ਕਿਤੇ ਨਾ ਕਿਤੇ ਇਹਦਾ ਟੁੱਟਣ ਦਾ ਹੱਲ ਰਹਿੰਦਾ। ਇਹਨੇ ਟੁੱਟ ਜਾਣਾ ਕਿਤੋਂ ਨਾ ਕਿਤੋਂ। ਹੁਣ ਪੈਸੇ ਇਕੱਠੇ ਕਰਕੇ ਅਸੀਂ 200 ਰੁਪਏ ਕਿੱਲਾ ਤੇ ਪਾਏ ਨੇ। ਉਹ ਸਿਰਫ ਇੱਕ ਇਹ ਹੈ ਵੀ ਉਹ ਥੁੱਕਾਂ ਦੇ ਬੰਨ੍ਹਣ ਵਾਲਾ ਕੰਮ ਹੈ। 8 ਲੱਖ ਨਾਲ ਤੁਸੀਂ ਦੇਖ ਲਓ 16 ਕਿਲੋਮੀਟਰ ਦੇ ਏਰੀਆ ਦੇ ਵਿੱਚ ਕੁਝ ਨਹੀਂ ਹੋ ਸਕਦਾ। ਠੀਕ ਹੈ, ਸਰਕਾਰਾਂ ਤੱਕ ਪਹੁੰਚ ਕਰੀਦੀ ਹੈ। ਸਰਕਾਰਾਂ ਦੇ ਨੁਮਾਇੰਦੇ ਉਦੋਂ ਆ ਕੇ ਖਲੋ ਜਾਂਦੇ ਨੇ, ਚਾਹੇ ਕੋਈ ਅਕਾਲੀ ਹੈ, ਕਾਂਗਰਸੀ ਹੈ, ਆਮ ਆਦਮੀ ਹੈ। ਜਦੋਂ ਇਹ ਭਰਿਆ ਹੁੰਦਾ ਫੋਟੋਆਂ ਖਿਚਾਉਣ ਵਾਸਤੇ, ਵੋਟਾਂ ਬਟੋਰਨ ਵਾਸਤੇ ਇੱਥੇ ਸਾਰੇ ਆ ਜਾਂਦੇ ਨੇ। ਅੱਗੇ ਪਿੱਛੇ ਕੋਈ ਕਿਸਾਨਾਂ ਦੀ ਸਾਰ ਨਹੀਂ ਲੈਂਦਾ। 2 ਮਹੀਨੇ ਹੋ ਗਏ ਇਹ ਜ਼ਮੀਨਾਂ ਵਿਹਲੀਆਂ ਸੀ, ਸਾਰਾ ਮਟੀਰੀਅਲ ਇੱਥੇ ਪਹੁੰਚ ਸਕਦਾ ਸੀ, ਪਰ ਜਦੋਂ ਘੱਗਰ ਟੁੱਟ ਜਾਂਦਾ ਹੈ ਇੱਥੇ ਕੋਈ ਰਸਤਾ ਨਹੀਂ ਰਹਿੰਦਾ, ਸਾਰਾ ਰਸਤਾ ਬਲੌਕ ਹੋ ਜਾਂਦਾ। ਮੁੜ ਕੇ ਆ ਕੇ ਇਹ ਉਹੀ ਥੈਲਿਆਂ ਨਾਲ ਵੀ ਆਪਣੀਆਂ ਫੋਟੋਆਂ ਖਿਚਾਉਣ ਤੱਕ ਇਹ ਮਜਬੂਰ ਹੋ ਜਾਂਦੇ ਨੇ ਵੋਟਾਂ ਪਿੱਛੇ। ਇੰਨੀਆਂ ਗਿਰੀਆਂ ਸਰਕਾਰਾਂ ਨੇ ਵੀ ਇੱਕ ਥੈਲਿਆਂ ਦੀ ਪਹਿਲਾਂ ਫੋਟੋ ਖਿਚਾਣਗੇ, ਫਿਰ ਕਹਿਣਗੇ ਕਿਸਾਨਾਂ ਨੂੰ ਥੈਲੇ ਦਿਓ। ਵੋਟਾਂ ਦੀ ਰਾਜਨੀਤੀ ਤੱਕ ਇਹ ਇੱਥੇ ਤੱਕ ਜਾਂਦੇ ਨੇ ਜੀ। ਤੁਸੀਂ ਵੇਖ ਲਓ ਵੀਰ ਜੀ, ਮਕੋਰਡ ਸਾਹਿਬ ਤੋਂ ਲੈ ਕੇ ਜਾਖਲ ਤੱਕ, ਜ਼ਿਆਦਾ ਤਾਂ ਹੈ ਢਵਾਣਾ ਰੋਡ ਤੱਕ। ਢਵਾਣਾ ਰੋਡ ਤੱਕ ਇੱਕ ਇਹ ਝੀਲ ਬਣ ਜਾਂਦੀ ਹੈ ਜਿਹਦੇ ਵਿੱਚ ਘੱਟੋ ਘੱਟ 7-8 ਹਜ਼ਾਰ ਏਕੜ ਰਕਬਾ ਆ ਜਾਂਦਾ ਹੈ। ਘੱਟੋ ਘੱਟ 26 ਪਿੰਡ ਨੇ ਦੋਵਾਂ ਸਾਈਡਾਂ ਤੇ ਇਹਦੇ, ਸੁਰਜਣ ਭੈਣੀ, ਮੂਣਕ, ਭੁੰਦੜ ਭੈਣੀ, ਸਲੇਮਗੜ੍ਹ, ਜੋ ਜ਼ਿਆਦਾ ਸਭ ਤੋਂ ਪਹਿਲਾਂ ਇਸ ਦੀ ਮਾਰ ਹੇਠ ਆਉਂਦੇ ਹਨ। ਮੰਗ ਇਹੀ ਕਰਦੇ ਆ ਸਰਕਾਰਾਂ ਤੋਂ
ਵੀ ਜੋ ਅੱਗੇ ਸਾਡੇ ਅੰਕਲ ਲਖਵੀਰ ਜੀ ਨੇ ਦੱਸਿਆ ਕੇਸ ਚੱਲ ਰਿਹਾ ਜੱਜ ਸਾਹਿਬ ਕੋਲ, ਵੀ ਉਹਦਾ ਕੋਈ ਨਤੀਜਾ ਆਏ ਵਧੀਆ, ਇਹ ਚੈਨਲਾਈਜ਼ ਹੋਵੇ ਅੱਗੇ ਚੌੜਾ। ਪਿੱਛੇ ਤਾਂ 3 ਘੱਗਰ ਨੇ, ਅੱਗੇ ਇਹ ਇੱਕ ਹੈ। ਦੱਸੋ ਵੀ 3 ਘੱਗਰਾਂ ਦਾ ਪਾਣੀ ਇੱਕ 'ਚੋਂ ਕਿਵੇਂ ਨਿਕਲ ਜਾਊਗਾ? ਜੇ ਇਹ ਚੈਨਲਾਈਜ਼ ਹੋਊਗਾ, ਕੋਈ ਮੇਰੇ ਕਿਸਾਨ ਵੀਰਾਂ ਨੂੰ ਮੁਆਵਜ਼ਾ ਮਿਲੂਗਾ ਵਧੀਆ ਤੋਂ ਵਧੀਆ, ਤਾਂ ਹੀ ਉਹ ਆਪਣੀਆਂ ਜ਼ਮੀਨਾਂ ਦੇਣ ਨੂੰ ਤਿਆਰ ਹੋਣਗੇ। ਸਰਕਾਰ ਚਾਹੁੰਦੀ ਆ ਕੌਡੀਆਂ ਦੇ ਭਾਅ ਜ਼ਮੀਨਾਂ, ਉਹ ਕਿਵੇਂ ਦੇ ਦੇਣਗੇ? ਉਹਨਾਂ ਨੇ ਵੀ ਆਪਣੇ ਬੱਚੇ ਪਾਲਣੇ ਆ। ਇੱਕ ਤਾਂ ਸਾਨੂੰ ਘੱਗਰ ਦਾ ਡਰ ਹੈ, ਇੱਕ ਸਾਨੂੰ ਮੋਦੀ ਸਰਕਾਰ ਨੇ ਤੰਗ ਕੀਤਾ ਹੈ। ਸਾਡੇ 2-2 3-3 ਪਰਿਵਾਰ ਦੇ ਮੈਂਬਰ ਜਾ ਕੇ ਟਿੱਕਰੀ ਦਿੱਲੀ ਬਾਰਡਰ 'ਤੇ ਬੈਠੇ ਨੇ, ਕੁਝ ਵਿਚਾਰੇ ਇੱਥੇ ਜੀਰੀਆਂ ਲਵਾ ਰਹੇ ਨੇ। ਦੁਬਾਰਾ ਜੀਰੀ ਲਾਣੀ ਕੋਈ ਸੌਖੀ ਨਹੀਂ ਹੈਗੀ ਵੀਰ ਜੀ, ਝੋਨਾ ਲਾਉਣਾ। ਮੇਰੇ ਮਜ਼ਦੂਰ ਵੀਰ ਵੀ ਤੰਗ ਨੇ, ਔਰ ਲਾਉਣ ਵਾਲੇ ਵੀ ਤੰਗ ਨੇ। ਐਡੀ ਗਰਮੀ ਦੇ ਵਿੱਚ ਕੋਈ ਝੋਨਾ ਲਾਉਣਾ ਸੌਖਾ ਨਹੀਂ ਹੈਗਾ। ਹਾਂਜੀ, ਮਨਰੇਗਾ ਵਾਲੇ ਵੀਰ ਜੀ ਕੀ ਕਰਨਗੇ? ਕੋਈ ਨਹਿਰੀ ਵਿਭਾਗ ਦਾ, ਕੋਈ ਡਰੇਨ ਵਿਭਾਗ ਦਾ ਅਧਿਕਾਰੀ ਉਹਨਾਂ ਦੇ ਕੋਲ ਖਲੋ ਕੇ ਉਹਨਾਂ ਨੂੰ ਦੱਸੇ ਵੀ ਇਸ ਤਰ੍ਹਾਂ ਥੈਲੇ ਲਾਓ। ਉਹ ਵਿਚਾਰੇ ਆਪਦੀ ਸੂਝ-ਬੂਝ ਨਾਲ ਜਿਵੇਂ ਲੱਗਦੇ ਨੇ ਉਹ ਲਾਈ ਜਾਂਦੇ ਨੇ ਜੀ। 5 ਵਜੇ ਹਾਜ਼ਰੀ ਲਵਾ ਕੇ ਉਹ ਚਲੇ ਜਾਂਦੇ ਨੇ, ਜਿੰਨਾ ਗਰਮੀ 'ਚ ਉਹਨਾਂ ਤੋਂ ਕੰਮ ਹੁੰਦਾ ਉਹ ਕਰ ਜਾਂਦੇ ਨੇ। ਹਾਂਜੀ। ਕੀ ਨਾਮ ਹੈ ਜੀ ਤੁਹਾਡਾ? ਗੁਰਮੀਤ ਸਿੰਘ। ਗੁਰਮੀਤ ਸਿੰਘ ਜੀ, ਕੀ ਕਹਿਣਾ ਚਾਹੁੰਦੇ ਹੋ ਕਿ ਜਿਹੜਾ ਘੱਗਰ ਹੈ ਉਹ ਆਏ ਸਾਲ ਨੁਕਸਾਨ ਪਹੁੰਚਾਉਂਦਾ ਹੈ, ਡਰ ਸਤਾਉਂਦਾ ਕਿਸਾਨਾਂ ਨੂੰ, ਕੀ ਕਹਿਣਾ? ਅਸੀਂ ਤਾਂ ਕਹਿਣਾ ਚਾਹੁੰਦੇ ਹਾਂ ਵੀ ਇਹਦਾ ਬਿਲਕੁਲ ਪੱਕਾ ਪ੍ਰਬੰਧ ਹੋਣਾ ਚਾਹੀਦਾ। ਗੌਰਮੈਂਟ ਜ਼ਿਮੀਂਦਾਰ ਨੂੰ ਮੁਆਵਜ਼ਾ ਦੇ ਕੇ ਇਹਦਾ ਪੱਕਾ ਪ੍ਰਬੰਧ ਕਰੇ। ਆਏ ਸਾਲ ਜ਼ਿਮੀਂਦਾਰ ਮਰਦਾ ਹੈ, ਆਏ ਸਾਲ ਬਰਬਾਦੀ ਹੁੰਦੀ ਹੈ। ਜ਼ਿਮੀਂਦਾਰ ਝੋਨਾ ਲਗਾਉਂਦਾ, ਪਰ ਉਹ ਵੀ ਉਹਦਾ ਮਨ ਬਿਲਕੁਲ ਨਹੀਂ ਲੱਗਦਾ ਵੀ ਕਿਵੇਂ ਬਣੇਗਾ ਕੰਮ। ਇੱਕ ਬਰਸਾਤ ਹੋਣ ਨਾਲ ਹੀ ਉਹਦੇ ਡਰ ਪੈਦਾ ਹੋ ਜਾਂਦਾ ਵੀ ਫਲੱਡ ਆਇਆ ਹੀ ਆਇਆ। ਗੌਰਮੈਂਟ ਇਸ 'ਤੇ ਕੋਈ ਪ੍ਰਬੰਧ ਨਹੀਂ ਕਰਦੀ, ਬਿਲਕੁਲ ਮੌਕੇ 'ਤੇ ਆ ਕੇ ਅਫਸਰ ਆ ਕੇ ਖੜ੍ਹ ਜਾਂਦੇ ਨੇ। ਜਦੋਂ ਫਲੱਡ ਆਇਆ ਹੁੰਦਾ ਉਦੋਂ ਆ ਕੇ ਕਾਰਵਾਈ ਕਰਦੇ ਨੇ ਮਾੜੀ ਮੋਟੀ। ਸਰਕਾਰਾਂ ਜ਼ਿਮੀਂਦਾਰਾਂ ਨੂੰ ਐਲਾਨ ਵੀ ਕਰਦੇ ਮੁਆਵਜ਼ਾ ਦਿੱਤਾ ਜਾਂਦਾ, ਉਹ ਮੁਆਵਜ਼ੇ ਦੀ ਕੀ ਗੱਲ ਹੈ ਕਿ 5 ਕਰੋੜ ਜਿਹੜਾ ਦਿੱਤਾ ਨਹੀਂ ਜਾਂਦਾ, ਕਿੰਨਾ ਮੁਆਵਜ਼ਾ ਤੁਹਾਨੂੰ ਮਿਲਦਾ ਹੈ? ਕੀ ਸਰਕਾਰਾਂ ਕਰਦੀਆਂ? ਸਾਨੂੰ 5 ਏਕੜ ਤੱਕ ਮੁਆਵਜ਼ਾ ਮਿਲਦਾ ਜੀ, ਵੱਧ ਤੋਂ ਵੱਧ। ਉਹ ਵੀ ਅੱਧਾ ਖਾ ਜਾਂਦੇ ਨੇ। ਉਹ ਪਟਵਾਰੀ, ਤਹਿਸੀਲਦਾਰ, ਇਹ ਪ੍ਰਸ਼ਾਸਨ ਰਲ ਕੇ ਖਾ ਜਾਂਦਾ, DC ਤੱਕ ਸਾਰੇ ਰਲ ਕੇ। ਜ਼ਿਮੀਂਦਾਰ ਤੱਕ ਕੁਝ ਨਹੀਂ ਪਹੁੰਚਦਾ। ਉਹਦੇ ਵਿੱਚੋਂ ਅੱਧ ਇਹਨਾਂ ਦਾ ਹੁੰਦਾ, ਬਿਲਕੁਲ ਕਹਿ ਕੇ ਅੱਧ ਲੈਂਦੇ ਨੇ ਵੀ ਅੱਧ ਸਾਡਾ ਹੋਏਗਾ ਅਤੇ ਅੱਧ ਤੁਹਾਡਾ ਮੁਆਵਜ਼ਾ ਪਾਇਆ ਜਾਏਗਾ। ਜਿਹਨਾਂ ਦੇ ਦਾਦਾ ਸੀ ਕਿਹੜਾ ਉਹ ਫਿਰ ਅੱਧ ਦਿੰਦੇ ਨੇ, ਅੱਧ ਪਟਵਾਰੀ ਖਾ ਜਾਂਦਾ। ਪਟਵਾਰੀ ਅੱਗੇ ਸਾਰੇ ਰਲ 2.5 ਦਾ ਮਿਲ ਜਾਂਦਾ, 2.5 ਦਾ ਉਹ ਖਾ ਜਾਂਦੇ ਨੇ। ਇਹਦੇ ਵਿੱਚ ਡਰੇਨੇਜ ਡਿਪਾਰਟਮੈਂਟ ਤੇ BDP ਆਫਿਸ ਦੇ ਨਾਲ ਮਿਲ ਕੇ ਸਾਡੇ ਵੱਲੋਂ ਵਿਜ਼ਿਟ ਕਰ ਲਿੱਤੀ ਗਈ ਹੈ। ਜਿਹੜੇ ਵੀਕ ਪੁਆਇੰਟਸ ਨੇ ਉਹ ਆਇਡੈਂਟੀਫਾਈ ਕਰ ਲਿੱਤੇ ਗਏ ਹਨ ਅਤੇ ਨਰੇਗਾ ਦੇ ਤਹਿਤ ਜਿਹੜੇ ਉਹਨਾਂ ਨੂੰ ਪੁਆਇੰਟਸ ਨੂੰ ਕਵਰ ਅਪ ਕਰਨ ਲਈ ਕਾਰਵਾਈ ਚੱਲ ਰਹੀ ਹੈਗੀ ਹੈ ਐਂਡ ਹੋਪਫੁਲੀ ਅਸੀਂ ਇਹਨੂੰ ਟਾਈਮ ਤੇ ਹੀ ਮੁਕੰਮਲ ਕਰ ਲਵਾਂਗੇ। ਦੂਸਰੀ ਗੱਲ ਜਿਹੜੀ ਹੈਗੀ ਨੇ ਡਰੇਨੇਜ ਡਿਪਾਰਟਮੈਂਟ ਦੇ ਵਰਕਸ ਨੂੰ ਰਿਲੇਟਡ ਹੈਗੀ ਹੈ, ਜਿਵੇਂ ਚੋ ਸਿਸਟਮ ਦਾ ਹੈਗਾ, ਅਪਲਿਫਟ ਸਿਸਟਮ ਨੂੰ ਕਰਨਾ, ਮੋਟਰ ਲਈ ਕਰਨਾ ਹੈਗਾ, ਉਹਦੇ ਤਹਿਤ ਐਸਟੀਮੇਟਸ ਬਣ ਕੇ ਚੀਫ ਇੰਜੀਨੀਅਰ ਸਭ ਕੋਲ ਜਾ ਚੁੱਕੇ ਹਨ। ਅਸੀਂ ਥਰੂ DC ਸਾਹਿਬ, ਪ੍ਰਿੰਸੀਪਲ ਸੈਕਟਰੀ ਸਾਹਿਬ ਨਾਲ ਵੀ ਗੱਲ ਕਰ ਚੁੱਕੇ ਹਾਂ। ਜਲਦੀ ਉਮੀਦ ਹੈ ਕਿ ਐਸਟੀਮੇਟਸ ਪਾਸ ਹੋ ਕੇ ਵੀ ਕੰਮ ਸ਼ੁਰੂ ਹੋ ਜਾਏਗਾ। ਐਂਡ ਦ ਥਰਡ ਆਸਪੈਕਟ ਆਫ ਦਿਸ ਇਜ਼ ਦ ਮਿਲਟਰੀ ਵਿਜ਼ਿਟ ਆਲਸੋ। ਕੱਲ੍ਹ ਮਿਲਟਰੀ ਵਾਲੇ ਵੀ ਆ ਕੇ ਵਿਜ਼ਿਟ ਕਰਕੇ ਗਏ ਹਨ ਅਤੇ ਉਹਨਾਂ ਨੇ ਵੀ ਵੀਕ ਪੁਆਇੰਟਸ ਨੂੰ ਦੇਖਿਆ ਹਨ ਅਤੇ ਉਹਨਾਂ ਵੱਲੋਂ ਵੀ, ਕਿਉਂਕਿ ਜਦੋਂ ਮੌਕੇ 'ਤੇ ਆਉਂਦਾ ਹੈਗਾ ਅਤੇ ਆਪਾਂ ਸਾਰੇ ਵਿੰਗਸ ਇਕੱਠੇ ਹੋ ਕੇ ਕੰਮ ਕਰਦੇ ਹਾਂ, ਉਹਨਾਂ ਨਾਲ ਵੀ ਅਸੀਂ ਰਾਬਤਾ ਕਾਇਮ ਕਰ ਲਿਆ ਹੈ। ਲੋਕਾਂ ਦਾ ਕਿਸਾਨਾਂ ਦਾ ਕਹਿਣਾ ਕਿ ਖੁਦ ਮਿੱਟੀ ਪਾ ਰਹੇ ਇਸ ਵਾਰ ਵੀ ਉਹਨੇ 8 ਲੱਖ ਰੁਪਏ ਦੀ ਮਿੱਟੀ ਪਾ ਦਿੱਤੀ, ਪਿਛਲੇ ਸਾਲ ਦੀ ਮਿੱਟੀ ਉਹਨਾਂ ਨੇ ਪਾਈ। ਪ੍ਰਸ਼ਾਸਨ ਉੱਥੇ ਜਾ ਨਹੀਂ ਰਿਹਾ। ਮੈਂ ਅਗਰ ਘੱਗਰ ਦੇ ਅੰਦਰ ਦੀ ਗੱਲ ਕੀਤੀ ਜਾਵੇ ਤਾਂ ਉਹ ਨਾ ਡਰੇਨੇਜ ਵਿਭਾਗ ਉਹਨੂੰ ਸਾਫ਼ ਕਰ ਰਿਹਾ ਹੈਗਾ। ਉਹਦੇ ਵਿੱਚ ਮਤਲਬ ਕਿ ਜਿਹੜੇ ਟਾਪਸ ਜਿਹੜਾ ਹੋਰ ਕਰ ਸਕਦੇ ਜਿਹਦੇ ਕਰਕੇ ਪਾਣੀ ਦੀ ਰਿਕਾਰਡ ਬਣ ਦੇਖੋ, ਡਰੇਨੇਜ ਡਿਪਾਰਟਮੈਂਟ ਦਾ ਕੰਮ ਇੱਕ ਲੈਵਲ ਤੱਕ ਆਉਂਦਾ ਮਕਰੋੜ ਸਾਹਿਬ ਤੱਕ। ਉਸ ਤੋਂ ਬਾਅਦ ਜਿਹੜਾ ਕੰਮ ਹੈਗਾ ਉਹ ਇਹਨਾਂ ਦਾ ਆਲਰੇਡੀ ਜੋ ਰਿਟਨ ਦੇ ਵਿੱਚ ਹੈਗਾ ਕਿ ਉਹ BDPO ਦੇ ਥਰੂ ਹੀ ਹੋਏਗਾ ਅਤੇ ਜੋ BDPO ਦੇ ਥਰੂ ਨਰੇਗਾ ਦਾ ਹੈ ਉਹਦੀ ਪੇਮੈਂਟ BDPO ਨੂੰ ਉਹਨਾਂ ਵੱਲੋਂ ਕੀਤੀ ਜਾਂਦੀ ਹਨ। ਉਹ ਉਹਨਾਂ ਐਸਟੀਮੇਟਸ 'ਚ ਪੈਂਡਿੰਗ ਹੈ ਜਿਹੜੀ ਪੇਮੈਂਟ ਹੈਗੀ ਹੈ। ਬਿਲਕੁਲ ਬਿਲਕੁਲ। ਨਰੇਗਾ ਵਾਲੇ ਵੀ ਇਸ ਪ੍ਰੋਬਲਮ ਹੈ ਕਿ ਜਿਹੜੀ ਮਿੱਟੀ ਲੈ ਕੇ ਆਉਂਦੇ ਆ ਉਹ ਘੱਗਰ ਜਿੱਥੋਂ ਸ਼ੁਰੂ ਹੁੰਦਾ ਹੈ ਉੱਥੋਂ ਹੀ ਮਿੱਟੀ ਲੈ ਕੇ ਉੱਪਰ ਲੈ ਕੇ ਆਉਂਦੇ ਆ। ਬਜ਼ੁਰਗ ਔਰਤਾਂ ਉੱਥੇ ਕੰਮ ਕਰਦੀਆਂ ਨੇ। ਜਿਹੜਾ ਤੁਸੀਂ ਪ੍ਰੋਕਲੇਨ ਵਗੈਰਾ ਨਾਲ ਜਿਹੜਾ ਤੁਸੀਂ ਕਹਿੰਦੇ ਹੋ ਨਾ, ਮਸ਼ੀਨੀ ਸਫਾਈ ਨਾਲ ਜਿਹੜਾ ਤੁਸੀਂ ਕਹਿ ਰਹੇ ਹੋ, ਉਹੀ ਚੀਜ਼ ਕਹਿ ਰਹੇ ਹੋ ਕਿ ਉਹ ਹੋਣੀ ਚਾਹੀਦੀ ਹੈਗੀ ਹੈ। ਉਹਦੇ ਸੰਬੰਧ ਵਿੱਚ ਜਿਹੜਾ ਐਸਟੀਮੇਟ ਹੈਗਾ ਨਾ ਉਹ ਗਿਆ ਹੋਇਆ ਪਾਸ ਹੋਣ ਵਾਸਤੇ। ਦ ਮੂਵਮੈਂਟ estimate gyan no, it has been a month and we are pursuing continuously with the department to get them cleared as early as possible.
ਬਿਲਕੁਲ ਬਿਲਕੁਲ ਸਾਡੇ ਵੱਲੋਂ ਅਸੀਂ ਐਸਡੀਓ ਡਰੇਨੇਜ ਐਕਸਟੈਂਡ ਡਰੇਨੇਜ ਡੋਨਰ ਨਾਲ ਰਾਬਤਾ ਆਲਮੋਸਟ ਡੇਲੀ ਬੇਸ ਤੇ ਕਰ ਰਹੇ ਹੈਗੇ ਆ। ਮੋਰ ਓਵਰ ਫਿਰ ਤਾਈਓ ਅਸੀਂ ਡੀ ਸਾਹਿਬ ਦੇ ਵੀ ਧਿਆਨ 'ਚ ਲੈਂਦਾ ਹੈਗਾ। ਉਹਨਾਂ ਨੇ ਫਰਦਰ ਪ੍ਰਿੰਸੀਪਲ ਸੈਕਟਰੀ ਸਾਹਿਬ ਨੂੰ ਵੀ ਚਿੱਠੀ ਲਿਖੀ ਹੈ ਕਿ ਸਾਡੇ ਜਿਹੜੇ ਮੂਨਕ ਦੇ ਐਸਟੀਮੇਟਸ ਹੈਗੇ ਨੇ ਉਹਨਾਂ ਨੂੰ ਜਲਦ ਤੋਂ ਜਲਦ ਪਾਸ ਕੀਤਾ ਜਾਵੇ। ਹਾਂਜੀ ਹਾਂਜੀ ਸਮਾਨ ਅਸੀਂ ਚੈੱਕ ਕਰ ਲਿਆ ਹੈਗਾ, ਤਹਿਸੀਲਦਾਰ ਸਾਹਿਬ ਵੱਲੋਂ ਵੀ ਚੈੱਕ ਕਰ ਲਿਆ ਗਿਆ ਹੈਗਾ। ਸਮਾਨ ਸਾਡੇ ਕੋਲ ਅਵੇਲੇਬਲ ਹੈਗਾ। ਰਾਦਰ ਇਹ ਵੀ ਹੈ ਕਿ ਜੇ ਕਿਸੇ ਹੋਰ ਸਮਾਨ ਦੀ ਵੀ ਜ਼ਰੂਰਤ ਹੈ ਤਾਂ ਪੇਮੈਂਟਸ ਹੈਗੀਆਂ। ਗਵਰਨਮੈਂਟ ਇਜ਼ ਸਪੋਰਟਿੰਗ ਦਾ ਸਿਸਟਮ। ਜੇ ਹੋਰ ਵੀ ਕਿਸੇ ਦੀ ਹੈਗੀ ਤਾਂ ਅਸੀਂ ਉਹ ਵੀ ਲੈ ਸਕਦੇ ਹਾਂ।